विद्यार्थियों तुसी देख रहे हो मेरा YouTube चैनल पैगाम। ਅੱਜ ਅਸੀਂ ਗੱਲ ਕਰਾਂਗੇ 7ਵੀਂ ਜਮਾਤ ਦੇ ਪਾਠ ਨੰਬਰ 9 ਦੀ ਜੋ ਕਿ ਇੱਕ ਕਹਾਣੀ ਹੈ ਰੁੱਤ ਰੁੱਤ ਦੇ ਰੰਗ। ਇਸ ਦਾ ਲੇਖਕ ਡਾਕਟਰ ਵਰਿੰਦਰਜੀਤ ਵਾਤਿਸ਼ ਹੈ। ਇਹ ਪੂਰਾ ਪਾਠ ਸਮੇਤ ਪ੍ਰਸ਼ਨ ਉੱਤਰ ਤੁਹਾਨੂੰ ਇਸ YouTube ਦੇ ਵਿੱਚ ਮਿਲ ਜਾਏਗਾ। ਤੁਸੀਂ ਇਸ ਪਾਠ ਨੂੰ ਪੜ੍ਹ ਕੇ ਅੰਤ ਵਿੱਚ ਪ੍ਰਸ਼ਨ ਉੱਤਰਾਂ ਦੀ ਕੀ ਤੁਸੀਂ ਇਹਦੇ ਵਿੱਚ ਚੈੱਕ ਕਰ ਸਕਦੇ ਹੋ। ਤੇ ਮੇਰਾ ਜਿਹੜਾ ਚੈਨਲ ਹੈ ਪੈਗਾਮ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਗਲੀਆਂ ਵੀਡੀਓਜ਼ ਤੁਹਾਨੂੰ ਆਸਾਨੀ ਨਾਲ ਪ੍ਰਾਪਤ ਹੋ ਸਕਣ। ਪਿਆਰੇ ਬੱਚਿਓ, ਜਿਹੜਾ ਪਾਠ ਅਸੀਂ ਅੱਜ ਪੜਾਂਗੇ ਇਸ ਪਾਠ ਦਾ ਨਾਮ ਹੈ ਰੁੱਤ ਰੁੱਤ ਦੇ ਰੰਗ ਤੇ ਇਹ ਤੁਹਾਡੀ 7ਵੀਂ ਕਲਾਸ ਦਾ 9ਵਾਂ ਪਾਠ ਹੈ। ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਬਰਸਾਤ ਦੇ ਵਿੱਚ ਜੋ ਛਤਰੀ ਅਸੀਂ ਲੈਨੇ ਆ ਤੇ ਉਸ ਮੌਸਮ ਨੂੰ ਦਿਖਾਇਆ ਗਿਆ ਹੈ। ਚਲੋ ਅਸੀਂ ਅੱਜ ਇਸ ਪਾਠ ਨੂੰ ਤੁਹਾਡੇ ਨੂੰ ਪੜ੍ਹਦੇ ਹਾਂ। ਤੇ ਪਾਠ ਵਿੱਚ ਅਸੀਂ ਦੇਖਦੇ ਹਾਂ ਕਿ ਜਿਵੇਂ ਇੱਕ ਪੁਨੀਤ ਨਾਮ ਦਾ ਮੁੰਡਾ ਹੈ, ਜਦੋਂ ਘਰ ਆਉਂਦਾ ਤਾਂ ਉਹ ਕਹਿੰਦਾ ਵੀ ਅੱਜ ਤਾਂ ਮੇਰੀ ਸਾਰੀ ਵਰਦੀ ਭਿੱਜ ਗਈ, ਬੂਟ ਵੀ ਚਿੱਕੜ ਨਾਲ ਗੰਦੇ ਹੋ ਗਏ। ਸਕੂਲ ਤੋਂ ਆ ਕੇ ਬਸਤਾ ਰੱਖਦਿਆਂ ਪੁਨੀਤ ਦੁਖੀ ਹੋ ਕੇ ਬੋਲਿਆ, ਕੋਈ ਗੱਲ ਨਹੀਂ ਪੁੱਤਰ, ਬਰਸਾਤ ਦਾ ਮੌਸਮ ਏ, ਜੇ ਵਰਦੀ ਤੇ ਬੂਟ ਗੰਦੇ ਵੀ ਹੋ ਗਏ ਹੈ ਤਾਂ ਕੀ ਹੈ, ਸਾਫ਼ ਹੋ ਜਾਣਗੇ, ਤੂੰ ਕੱਪੜੇ ਬਦਲ ਲੈ। ਪੁਨੀਤ ਦੇ ਦਾਦੀ ਜੀ ਨੇ ਕਿਹਾ, ਬਰਸਾਤ ਦਾ ਮੌਸਮ, ਗੰਦਾ ਮੌਸਮ। ਛੇਤੀ ਛੇਤੀ ਕੱਪੜੇ ਬਦਲਦਾ ਹੋਇਆ ਪੁਨੀਤ ਬੁੜਬੁੜ ਕਰ ਰਿਹਾ ਸੀ। ਦੁਖੀ ਕਿਉਂ ਹੋ ਰਿਹਾ ਹੈ ਵੀਰ? ਮੈਨੂੰ ਤਾਂ ਬਰਸਾਤ ਦੀ ਰੁੱਤ ਬਹੁਤ ਸੋਹਣੀ ਲੱਗਦੀ ਹੈ, ਪੁਨੀਤ ਦੀ ਭੈਣ ਸੁਖਮਨ ਨੇ ਕਿਹਾ। ਪਰ ਮੈਨੂੰ ਤਾਂ ਇਹ ਰੁੱਤ ਬਿਲਕੁਲ ਚੰਗੀ ਨਹੀਂ ਲੱਗਦੀ। ਅੱਜ ਤਾਂ ਤੈਨੂੰ ਵੀ ਬਰਸਾਤ ਚੰਗੀ ਲੱਗੇਗੀ ਪੁੱਤਰਾ। ਪੁਨੀਤ ਦੀ ਮੰਮੀ ਨੇ ਖੀਰ ਤੇ ਪੂੜੇ ਉਸ ਦੇ ਅੱਗੇ ਪਰੋਸਦਿਆਂ ਕਿਹਾ, ਰੁੱਤ ਰੁੱਤ ਦੇ ਰੰਗ, ਰੁੱਤ ਰੁੱਤ ਦੇ ਮੇਵੇ ਚੰਗੇ ਲੱਗਦੇ ਨੇ, ਚੰਗੇ ਲੱਗਣੇ ਵੀ ਚਾਹੀਦੇ ਨੇ, ਦਾਦੀ ਮਾਂ ਬੋਲੀ। ਤੇ ਪੁਨੀਤ ਕੀ ਕਹਿੰਦਾ, ਦਾਦੀ ਮਾਂ ਮੈਨੂੰ ਖੀਰ ਪੂੜੇ ਤਾਂ ਚੰਗੇ ਲੱਗਦੇ ਨੇ ਪਰ ਚਿੱਕੜ ਚੰਗਾ ਨਹੀਂ ਲੱਗਦਾ। ਲੈ ਫਿਰ ਉਹ ਗੱਲ, ਹਰ ਰੁੱਤ ਆਪਣੀ ਥਾਂ ਤੇ ਸੋਹਣੀ ਤੇ ਆਨੰਦ ਦੇਣ ਵਾਲੀ ਹੁੰਦੀ ਹੈ। ਫਿਰ ਦਾਦੀ ਮਾਂ ਇਸ ਪ੍ਰਸੰਗ ਵਿੱਚ ਇੱਕ ਬਾਤ ਸੁਣਾਉਣ ਲੱਗੀ। ਇੱਕ ਵਾਰ ਇੱਕ ਬੁੱਢੀ ਔਰਤ ਨੇ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਸੀ। ਤੁਰਦਿਆਂ ਤੁਰਦਿਆਂ ਉਹ ਥੱਕ ਗਈ। ਉਸ ਦਾ ਪਿੰਡ ਅਜੇ ਕਾਫੀ ਦੂਰ ਸੀ। ਦਾਦੀ ਮਾਂ ਉਹ ਤੁਰ ਕੇ ਕਿਉਂ ਆ ਰਹੀ ਸੀ, ਬੱਸ ਚੜ੍ਹ ਕੇ ਵਾਪਸ ਆ ਜਾਂਦੀ। ਸੁਖਮਨ ਨੇ ਪੁੱਛਿਆ, ਧੀਏ ਇਹ ਪੁਰਾਣੇ ਸਮੇਂ ਦੀ ਗੱਲ ਹੈ। ਉਦੋਂ ਹੁਣ ਵਾਂਗ ਬੱਸਾਂ, ਗੱਡੀਆਂ ਤੇ ਕਾਰਾਂ ਨਹੀਂ ਸਨ ਆਉਂਦੀਆਂ। ਬਹੁਤੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਆਪਣੇ ਕੰਮਕਾਰ ਲਈ ਪੈਦਲ ਤੁਰ ਕੇ ਹੀ ਜਾਂਦੇ ਸਨ। ਹਾਂ, ਬਹੁਤੇ ਲੋਕ ਜਿਹੜੇ ਅਮੀਰ ਹੋਇਆ ਕਰਦੇ ਸੀ ਉਹ ਲੋਕ ਘੋੜੀਆਂ ਤੇ, ਬੈਲ ਗੱਡੀਆਂ ਜਾਂ ਰਥਾਂ ਤੇ ਸਵਾਰ ਹੋ ਕੇ ਆਉਂਦੇ ਜਾਂਦੇ ਸਨ। ਦਾਦੀ ਨੇ ਸਮਝਾਇਆ ਤੇ ਆਪਣੀ ਬਾਤ ਅੱਗੇ ਤੋਰੀ। ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ ਅਤੇ ਆਰਾਮ ਕਰਨ ਲਈ ਇੱਕ ਪਿੱਪਲ ਦੇ ਰੁੱਖ ਹੇਠਾਂ ਬੈਠ ਗਈ। ਉਹ ਬੁੱਢੀ ਔਰਤ ਬਹੁਤ ਸੁਘੜ ਸਿਆਣੀ ਸੀ। ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ ਸਨ। ਉਹ ਹਰ ਹਾਲ ਵਿੱਚ ਖੁਸ਼ ਰਹਿੰਦੀ ਸੀ। ਪਿੱਪਲ ਦੀ ਛਾਂ ਹੇਠ ਬੈਠੀ ਉਹ ਕੁਦਰਤ ਦੀਆਂ ਬਾਤਾਂ ਬਾਰੇ ਸੋਚ ਰਹੀ ਸੀ ਤੇ ਕੁਦਰਤ ਦੀਆਂ ਦਾਤਾਂ ਬਾਰੇ ਜਾਣਕਾਰੀ ਲੈ ਰਹੀ ਸੀ। ਸੋ ਅਚਾਨਕ ਉਸ ਨੂੰ ਕਿਸੇ ਨੇ ਲੜਨ ਦੀ ਆਵਾਜ਼ ਆਈ। ਤੇ ਇਹ ਕੌਣ ਲੜ ਰਿਹਾ ਸੀ? ਗਰਮੀ, ਬਰਸਾਤ, ਪਤਝੜ, ਸਰਦੀ ਅਤੇ ਬਸੰਤ ਆਪਸ ਵਿੱਚ ਲੜ ਰਹੀਆਂ ਸਨ। ਹਰੇਕ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਧ ਸੋਹਣੀ ਆਖ ਰਹੀ ਸੀ। ਦੇਖੋ ਬਈ, ਝਗੜਨ ਦਾ ਕੀ ਫਾਇਦਾ, ਤੁਸੀਂ ਸਾਰੀਆਂ ਹੀ ਰੁੱਤਾਂ ਬਹੁਤ ਸੋਹਣੀਆਂ, ਬੁੱਢੀ ਨੇ ਕਿਹਾ। ਮੈਂ ਸੋਹਣੀ, ਮੈਂ ਸੋਹਣੀ, ਸਾਰੀਆਂ ਰੁੱਤਾਂ ਨੇ ਕਾਮਾ ਰੋਲੀ ਪਾ ਦਿੱਤੀ। ਤੁਸੀਂ ਫਿਰ ਲੜ ਰਹੀਆਂ ਹੋ। ਇੱਕ ਇੱਕ ਕਰਕੇ ਮੇਰੇ ਕੋਲ ਆਓ। ਸਭ ਤੋਂ ਪਹਿਲਾਂ ਗਰਮੀ ਭੱਜੀ ਆਈ ਤੇ ਆਖਣ ਲੱਗੀ, ਹਾਂ ਬੇਬੇ ਦੱਸ, ਮੈਂ ਤੈਨੂੰ ਸੋਹਣੀ ਕਿਉਂ ਲੱਗਦੀ ਹਾਂ? ਤੂੰ ਹੈ ਹੀ ਸੋਹਣੀ, ਸੂਰਜ ਵਾਂਗ ਦਗਦਗ ਕਰਦੀ, ਤੇਰੇ ਨਾਲ ਫਸਲਾਂ ਪੱਕਦੀਆਂ ਨੇ। ਦੇਖਿਆ ਹੈ ਕਦੇ ਝੂਮਦੀਆਂ ਸੁਨਹਿਰੀ ਕਣਕਾਂ ਦਾ ਜੋਬਨ ਤੇ ਖਾਣ ਲਈ ਕਬੂਤਰ, ਤਰਬੂਜ, ਖਰਬੂਜੇ ਤੇ ਬਈ ਕਿਆ ਕਹਿਣੇ ਸ਼ਰਬਤ ਤੇ ਠੰਡੀ ਮਿੱਠੀ ਕੁਲਫੀ ਦੇ, ਬੁੱਢੀ ਨੇ ਕਿਹਾ। ਇਸ ਤੋਂ ਪਹਿਲਾਂ ਕਿ ਬੁੱਢੀ ਕੁਝ ਹੋਰ ਬੋਲਦੀ, ਗਰਮੀ ਦੜੰਗੇ ਲਾਉਂਦੀ ਭੱਜ ਗਈ। ਆਹ ਦੇਖੋ ਗਰਮੀ ਦੀ ਰੁੱਤ ਦੇ ਵਿੱਚ ਸਾਡਾ ਜੋ ਹਾਲ ਹੁੰਦਾ। ਫਿਰ ਆਈ ਬਰਸਾਤ, ਕਾਲੀਆਂ ਚਿੱਟੀਆਂ ਬਦਲੀਆਂ ਤੇ ਚੁੰਨੀ ਲਹਿਰਾਉਂਦੀ ਹੋਈ। ਬੁੱਢੀ ਉਸ ਨੂੰ ਆਉਂਦਿਆਂ ਦੇਖ ਕੇ ਬੋਲੀ, ਆ ਭੈਣ ਬਰਸਾਤ, ਤੂੰ ਤਾਂ ਬੜੀ ਸੋਹਣੀ ਏ। ਆਪਣੇ ਜਲ ਦੇ ਨਾਲ ਤੂੰ ਪ੍ਰਕਿਰਤੀ ਦਾ ਬੂਟਾ ਬੂਟਾ, ਪੱਤਾ ਪੱਤਾ ਧੋ ਕੇ ਸੁਨੱਖਾ ਕਰ ਦਿੰਨੀ ਐ। ਚਾਰੇ ਪਾਸੇ ਹਰਿਆਵਲੀ ਹਰਿਆਵਲ, ਪਸ਼ੂਆਂ ਨੂੰ ਰੱਜਣ ਜੋਗਾ ਹਰਾ ਘਾਹ, ਸਾਡੇ ਲਈ ਖੀਰ ਪੂੜੇ, ਪੰਜਾਬਣ ਲਈ ਤੀਆਂ ਦੇ ਤਿਉਹਾਰ, ਝੂਟਣ ਲਈ ਪੀਂਘਾਂ, ਮਹਿੰਦੀ ਦੇ ਰੰਗ, ਚੂਣੀਆਂ ਦੀ ਸ਼ਨਕਾਰ। ਬੁੱਢੀ ਅਜੇ ਬੋਲ ਹੀ ਰਹੀ ਸੀ ਕਿ ਬਰਸਾਤ ਛਮਛਮ ਕਰਦੀ ਹੋਈ ਖੁਸ਼ੀ ਨਾਲ ਚਲੀ ਗਈ। ਫਿਰ ਆਪਣਾ
ਰੁੰਡ ਮੁੰਡ ਤੇ ਉਦਾਸ ਚਿਹਰਾ ਲਈ ਪਤਝੜ ਆ ਗਈ। ਬੇਬੇ ਸਾਰੇ ਮੈਨੂੰ ਮਨਹੂਸ ਸਮਝਦੇ ਨੇ, ਤੂੰ ਦੱਸ ਫਿਰ ਕੀ ਮੈਂ ਸੋਹਣੀ ਨਹੀਂ? ਪਤਝੜ ਨੇ ਰੋਣ ਹਾਕਾ ਕਿਹਾ ਜਿਹਾ ਉਹ ਮੂੰਹ ਬਣਾ ਕੇ ਪੁੱਛਿਆ। ਤੂੰ ਮਨਹੂਸ ਕਿਵੇਂ ਹੋਈ? ਤੂੰ ਤਾਂ ਬਹੁਤ ਚੰਗੀ ਐ। ਪਤਝੜ ਜੇ ਤੂੰ ਨਾ ਹੋਵੇਂ ਤਾਂ ਰੁੱਖਾਂ ਦੇ ਪੱਤੇ ਪੁਰਾਣੇ ਹੀ ਰਹਿਣ, ਨਵੀਆਂ ਸੋਵਲ ਕਰੂੰਬਲਾਂ ਕਿਵੇਂ ਫੁੱਟਣ। ਇਹ ਕਹਿੰਦਿਆਂ ਬੁੱਢੀ ਗਾਉਣ ਲੱਗੀ। ਪਿੱਪਲ ਦਿਆਂ ਪੱਤਿਆਂ ਵੇ ਕਹੀ ਖੜਖੜ ਲਾਈ ਆ, ਪਤਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ। ਪਤਝੜ ਵੀ ਖੂਬ ਖੁਸ਼ ਹੋ ਕੇ ਵਾਪਸ ਚਲੀ ਗਈ। ਫਿਰ ਰਜਾਈ ਸੰਭਾਲਦੀ ਸਰਦੀਆਂ ਪਹੁੰਚੀ ਤੇ ਆਖਣ ਲੱਗੀ, ਬੇਬੇ ਕਹਿੰਦੇ ਨੇ ਮੈਂ ਗਰੀਬਾਂ ਦੀ ਦੁਸ਼ਮਣ ਆ। ਤੂੰ ਦੱਸ ਮੈਨੂੰ ਕਿ ਤੈਨੂੰ ਮੈਂ ਕਿਹੋ ਜਿਹੀ ਲੱਗਦੀ ਹਾਂ? ਤੂੰ ਤਾਂ ਬਹੁਤ ਸੋਹਣੀ ਲੱਗਦੀ ਐ ਮੈਨੂੰ। ਜਦ ਤੂੰ ਆਉਂਦੀ ਏ ਨਾ ਮੱਖੀ ਹੁੰਦੀ ਐ ਨਾ ਮੱਛਰ, ਲੰਮੀਆਂ ਰਾਤਾਂ, ਪੜਨ ਵਾਲੇ ਰਜ ਰਜ ਪੜਨ, ਕੱਤਣ ਬੁਣਨ ਵਾਲੇ ਕੱਤਣ ਬੁਣਨ, ਖਾਣ ਪੀਣ ਨੂੰ ਪੰਜੀਰੀ ਤੇ ਖੋਏ ਦੀਆਂ ਪਿੰਨੀਆਂ, ਸਾਗ ਤੇ ਮੱਕੀ ਦੀ ਰੋਟੀ, ਮੂਲੀ ਤੇ ਮੇਥੀ ਦੇ ਪਰੌਂਠੇ, ਮੂੰਗਫਲੀ ਗੱਚਕ ਰਿਓੜੀਆਂ, ਪਹਿਨਣ ਨੂੰ ਕੋਟ ਪੈਂਟ, ਕਿਆ ਟੌਹਰ ਬਣਦੇ ਨੇ। ਸਰਦੀ ਨੂੰ ਜਾਪਿਆ ਕਿ ਉਸ ਵਿੱਚ ਤਾਂ ਬੜੇ ਗੁਣ ਹਨ। ਉਹ ਵੀ ਖੁਸ਼ੀ ਖੁਸ਼ੀ ਵਾਪਸ ਚਲੀ ਗਈ। ਫਿਰ ਆਈ ਠੁਮਕ ਠੁਮਕ ਕਰਦੀ ਰੰਗ ਬਰੰਗੀ ਬਸੰਤ। ਆ ਭੈਣ ਬਸੰਤ ਤੂੰ ਪਿੱਛੇ ਹੀ ਰਹਿ ਗਈ। ਬੁੱਢੀ ਨੇ ਕਿਹਾ, ਬੇਬੇ ਤੂੰ ਤਾਂ ਮੈਨੂੰ ਸੋਹਣੀ ਆਖੇਂਗੀ ਹੀ, ਮੈਨੂੰ ਤਾਂ ਸਾਰੀ ਦੁਨੀਆ ਸੋਹਣੀ ਕਹਿੰਦੀ ਐ। ਬਸੰਤ ਨੇ ਨਖਰੇ ਨਾਲ ਕਿਹਾ। ਅੱਛਾ, ਬਹੁਤ ਸੋਹਣੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੈਨੂੰ। ਤੂੰ ਸੋਚ ਕੇ ਦੇਖ ਕਿ ਜੇ ਸਾਲ ਦੇ 12 ਮਹੀਨੇ ਤੂੰ ਹੀ ਜਾਈ ਰਹੇ, ਚਾਰੇ ਪਾਸੇ ਤੇ ਨਾ ਗਰਮੀ ਹੋਵੇ, ਨਾ ਬਰਸਾਤ, ਨਾ ਸਰਦੀ ਤੇ ਨਾ ਪਤਝੜ, ਫੇਰ ਦੱਸ ਤੇਰੀ ਸੁੰਦਰਤਾ ਨੂੰ ਕੌਣ ਪੁੱਛੇ। ਹਾਂ ਬੇਬੇ ਗੱਲ ਤਾਂ ਤੇਰੀ ਠੀਕ ਹੈ, ਤੂੰ ਤਾਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਮੈਨੂੰ ਤਾਂ ਅੱਜ ਪਤਾ ਲੱਗਿਆ ਕਿ ਬਾਕੀ ਸਾਰੀਆਂ ਰੁੱਤਾਂ ਵੀ ਸੋਹਣੀਆਂ ਨੇ। ਚਲੋ ਪਤਾ ਤਾਂ ਲੱਗਿਆ ਸਾਰੀਆਂ ਰੁੱਤਾਂ ਹੱਸਣ ਲੱਗੀਆਂ। ਕਿਉਂ ਬੱਚਿਓ, ਹਰ ਰੁੱਤ ਸੋਹਣੀ ਤੇ ਆਨੰਦ ਭਰਪੂਰ ਹੁੰਦੀ ਹੈ। ਬਸ ਸਾਡੇ ਅੰਦਰ ਚਾਹ ਹੋਣੀ ਚਾਹੀਦੀ ਹੈ ਕੁਦਰਤ ਦੇ ਇਹਨਾਂ ਰੰਗਾਂ ਨੂੰ ਜਾਣਨ ਤੇ ਪਛਾਣਨ ਦੀ। ਦਾਦੀ ਮਾਂ ਨੇ ਬਾਤ ਖਤਮ ਕੀਤੀ। ਵੀਰ ਜੀ ਮੀਂਹ ਪੈਣਾ ਤਾਂ ਕਦੋਂ ਦਾ ਬੰਦ ਹੋ ਚੁੱਕਿਆ, ਅੱਜ ਤਾਂ ਸਤਰੰਗੀ ਪੀਂਘ ਵੀ ਪਈ ਹੋਈ ਹੈ। ਪੁਨੀਤ ਦੀ ਭੈਣ ਨੇ ਕਿਹਾ। ਦੋਵੇਂ ਭੈਣ ਭਰਾ ਛੱਤ ਤੇ ਜਾ ਕੇ ਸਤਰੰਗੀ ਪੀਂਘ ਦੇਖਣ ਲੱਗੇ। ਹੁਣ ਅਸੀਂ ਕਰਾਂਗੇ ਇਸ ਦੇ ਅਭਿਆਸ ਦੇ ਪ੍ਰਸ਼ਨ ਉੱਤਰ, ਜੋ ਕਿ ਤੁਹਾਡੇ ਲਈ ਮੈਂ ਕੀ ਤਿਆਰ ਕੀਤੀ ਹੋਈ ਹੈ ਤੋ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਹਾਂ। ਹਾਂਜੀ ਬੱਚਿਓ, ਇਹ ਹੈ ਤੁਹਾਡੇ ਪਾਠ 9 ਦੇ ਪ੍ਰਸ਼ਨ ਉੱਤਰਾਂ ਦੀ ਆਨਸਰ ਕੀ। ਤੋ ਨਾਮ ਸੀ ਆਪਣੇ ਪਾਠ ਦਾ ਰੁੱਤ ਰੁੱਤ ਦੇ ਰੰਗ। ਤੋ ਸਭ ਤੋਂ ਪਹਿਲਾਂ ਹੈਗਾ ਇੱਕ ਪ੍ਰਸ਼ਨ ਕਿ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ। ਤੋ ਪਹਿਲਾ ਪ੍ਰਸ਼ਨ ਹੈਗਾ ਪੁਨੀਤ ਕਿਹੜੀ ਗੱਲੋਂ ਦੁਖੀ ਸੀ, ਤੇ ਉੱਤਰ ਹੈਗਾ ਬਰਸਾਤ ਦੇ ਚਿੱਕੜ ਤੋਂ। ਪ੍ਰਸ਼ਨ 2 ਕਹਾਣੀ ਵਿੱਚ ਆਈਆਂ ਰੁੱਤਾਂ ਦੇ ਨਾਂ ਲਿਖੋ। ਤੇ ਆਪਾਂ ਨੂੰ ਪਤਾ ਹੈ ਕਿ ਸਰਦੀ, ਗਰਮੀ, ਬਰਸਾਤ, ਪਤਝੜ ਤੇ ਬਸੰਤ ਇਹਨਾਂ ਮੌਸਮਾਂ ਦੀ ਗੱਲ ਕੀਤੀ ਹੈ। ਪ੍ਰਸ਼ਨ ਨੰਬਰ 3 ਹੈ ਕਿ ਬਰਸਾਤ ਤੋਂ ਬਾਅਦ ਅਸਮਾਨ ਵਿੱਚ ਕਿਹੜੀ ਪੀਂਘ ਦਿਸਦੀ ਹੈ, ਤਾਂ ਉੱਤਰ ਹੈਗਾ ਸਤਰੰਗੀ ਪੀਂਘ। ਫਿਰ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਕਿ ਕਹਾਣੀ ਵਿੱਚ ਬੁੱਢੀ ਔਰਤ ਕਿੱਥੋਂ ਵਾਪਸ ਆ ਰਹੀ ਸੀ, ਤਾਂ ਉੱਤਰ ਹੈਗਾ ਸੀ ਆਪਣੇ ਪੇਕਿਆਂ ਤੋਂ। ਤਾਂ ਪ੍ਰਸ਼ਨ ਨੰਬਰ 5 ਹੈ ਕਿ ਸਾਉਣ ਮਹੀਨੇ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਹਨ, ਤਾਂ ਉੱਤਰ ਹੈਗਾ ਇਹਦਾ ਖੀਰ ਅਤੇ ਪੂੜੇ। ਅਗਲਾ ਪ੍ਰਸ਼ਨ ਜਿਹੜਾ ਹੈ ਉਹ ਹੈ ਖਾਲੀ ਸਥਾਨ ਭਰੋ। ਇਹਦੇ ਵਿੱਚ ਸਭ ਤੋਂ ਪਹਿਲਾ ਹੈਗਾ ਕਿ ਹਰ ਰੁੱਤ ਆਪਣੀ ਥਾਂ ਸੋਹਣੀ ਤੇ ਡੈਸ਼ ਦੇਣ ਵਾਲੀ ਹੁੰਦੀ ਹੈ, ਤਾਂ ਉੱਤਰ ਹੈਗਾ ਆਨੰਦ। ਦੂਸਰਾ ਇਹ 'ਚ ਜਿਹੜਾ ਪ੍ਰਸ਼ਨ ਹੈਗਾ ਕਿ ਬੁੱਢੀ ਔਰਤ ਆਪਣੇ ਡੈਸ਼ ਤੋਂ ਵਾਪਸ ਆ ਰਹੀ ਸੀ, ਤਾਂ ਉੱਤਰ ਆਪਾਂ ਪਹਿਲਾਂ ਵੀ ਪੜਿਆ ਇਹ ਪੇਕਿਆਂ ਤੋਂ। ਤੇ ਉਸ ਤੋਂ ਬਾਅਦ ਹੈਗਾ ਤੀਜਾ ਖਾਲੀ ਸਥਾਨ ਪੁਰਾਣੇ ਸਮੇਂ ਵਿੱਚ ਹੁਣ ਵਾਂਗ ਡੈਸ਼ ਤੇ ਡੈਸ਼ ਨਹੀਂ ਸਨ ਹੁੰਦੀਆਂ, ਤੇ ਉੱਤਰ ਹੈਗਾ ਬੱਸਾਂ, ਗੱਡੀਆਂ ਅਤੇ ਕਾਰਾਂ। ਉਸ ਤੋਂ ਬਾਅਦ ਚੌਥਾ ਹੈਗਾ ਬੁੱਢੀ ਔਰਤ ਨੇ ਡੈਸ਼ ਤੋਂ ਪਾਣੀ ਪੀਤਾ, ਤਾਂ ਪੁਰਾਣੇ ਟਾਈਮ ਦੇ ਵਿੱਚ ਖੂਹ ਹੋਇਆ ਕਰਦੇ ਸੀ, ਤਾਂ ਇੱਕ ਖੂਹ। ਪੰਜਵਾਂ ਜਿਹੜਾ ਹੈ ਉਹਦੇ ਵਿੱਚ ਹੈਗਾ ਬਰਸਾਤ ਕਾਲੀਆਂ ਚਿੱਟੀਆਂ ਬਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ, ਤਾਂ ਉੱਤਰ ਇਹਦੇ ਵਿੱਚ ਬਦਲੀਆਂ ਹੋਏਗਾ। ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰਸ਼ਨ ਹੈਗਾ ਸਹੀ ਮਿਲਾਨ ਕਰੋ। ਤੇ ਇਹਦੇ ਵਿੱਚ ਇੱਕ ਪਾਸੇ ਦਿੱਤੇ ਆ ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ, ਤੇ ਦੂਜੇ ਪਾਸੇ ਦਿੱਤੇ ਆ ਰੰਗ ਬਰੰਗੀ, ਰੁੰਡ ਮੁੰਡ, ਸਰਬਤ, ਖੋਏ ਦੀਆਂ ਪਿੰਨੀਆਂ ਤੇ ਖੀਰ ਪੂੜੇ। ਤੇ ਤੁਸੀਂ ਜਦੋਂ ਮਿਲਾਨ ਕਰੋਗੇ ਤਾਂ ਗਰਮੀ ਦੇ ਵਿੱਚ ਅਸੀਂ ਸਰਬਤ ਪੀਨੇ ਆ, ਫਿਰ ਦੂਜੇ ਨੰਬਰ ਤੇ ਸਰਦੀ ਖੋਏ ਦੀਆਂ ਪਿੰਨੀਆਂ ਖਾਂਦੇ ਆ, ਪਤਝੜ ਵਿੱਚ ਜਿਹੜੇ ਦਰਖਤ ਨੇ ਉਹ ਰੁੰਡ ਮੁੰਡ ਹੋ ਜਾਂਦੇ ਨੇ, ਤੇ ਬਰਸਾਤ ਵਿੱਚ ਖੀਰ ਪੂੜੇ ਬਣਾਏ ਜਾਂਦੇ ਆ, ਤੇ ਲਾਸਟ ਹੈਗੀ ਬਸੰਤ। ਬਸੰਤ ਜਿਹੜੀ ਹੈ ਉਹ ਰੰਗ ਬਰੰਗੀ ਹੁੰਦੀ ਹੈ।
ਅਗਲਾ ਪ੍ਰਸ਼ਨ ਹੈਗਾ ਵੀ ਸੰਖੇਪ ਉੱਤਰ ਦਿਓ। ਜਿਹੜੇ ਅਸੀਂ ਛੋਟੇ ਪ੍ਰਸ਼ਨ ਦੇਣੇ ਹੁੰਦੇ ਆ ਉਹਨਾਂ ਦੇ ਥੋੜੇ ਉੱਤਰ ਥੋੜੇ ਜਿਹੇ ਵੱਡੇ ਹੁੰਦੇ ਆ। ਤਾਂ ਪਹਿਲਾ ਪ੍ਰਸ਼ਨ ਹੈ ਕਿ ਕਿਹੜੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ? ਤਾਂ ਉੱਤਰ ਹੈਗਾ ਗਰਮੀ ਦੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ। ਅਗਲਾ ਪ੍ਰਸ਼ਨ ਹੈ ਕਿ ਬਰਸਾਤ ਦੇ ਮੌਸਮ ਵਿੱਚ ਕਿਹੜਾ ਤਿਉਹਾਰ ਆਉਂਦਾ ਹੈ? ਤਾਂ ਉੱਤਰ ਹੈ ਬਰਸਾਤ ਦੇ ਮੌਸਮ ਵਿੱਚ ਤੀਆਂ ਦਾ ਤਿਉਹਾਰ ਆਉਂਦਾ ਹੈ। ਅਗਲਾ ਪ੍ਰਸ਼ਨ ਹੈ ਕਿਹੜੀ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਬਹੁਤ ਹੰਕਾਰ ਸੀ? ਉੱਤਰ ਬਸੰਤ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਬਹੁਤ ਹੰਕਾਰ ਸੀ। ਅਗਲਾ ਪ੍ਰਸ਼ਨ ਹੈਗਾ ਸਾਰੀਆਂ ਰੁੱਤਾਂ ਨੇ ਬੁੱਢੀ ਔਰਤ ਨੂੰ ਕੀ ਕਿਹਾ? ਤੋ ਇਹਦਾ ਜਿਹੜਾ ਉੱਤਰ ਹੈਗਾ ਉਹ ਬਣੇਗਾ ਕਿ ਅੱਜ ਤਾਂ ਭਰਪੂਰ ਆਨੰਦ ਆਇਆ ਹੈ। ਅਗਲਾ ਪ੍ਰਸ਼ਨ ਹੈ ਪੁਨੀਤ ਤੇ ਉਸ ਦੀ ਭੈਣ ਛੱਤ ਉੱਪਰ ਕਿਉਂ ਗਏ? ਉੱਤਰ ਹੈਗਾ ਆਕਾਸ਼ ਵਿੱਚ ਸਤਰੰਗੀ ਪੀਂਘ ਦੇਖਣ ਲਈ। ਤੋ ਇਸ ਤਰੀਕੇ ਨਾਲ ਇਹ ਤੁਹਾਡੇ ਕੁਐਸਚਨ ਹੋ ਗਏ। ਉਸ ਤੋਂ ਬਾਅਦ ਸੱਸਾ ਜਿਹੜਾ ਕੁਐਸਚਨ ਹੈਗਾ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸਭ ਤੋਂ ਪਹਿਲਾ ਹੈਗਾ ਸ਼ਬਦ ਜਿਹੜਾ ਉਹ ਹੈ ਚਿੱਕੜ, ਤੇ ਜਿਸ ਨੂੰ ਅਸੀਂ ਜਿਹਦਾ ਮੀਨਿੰਗ ਹੁੰਦਾ ਗਾਰਾ, ਚਿੱਕੜ ਨੂੰ ਗਾਰਾ ਵੀ ਆਖਦੇ ਆ। ਤੋ ਇਹਦਾ ਜਿਹੜਾ ਵਾਕ ਹੈਗਾ ਬਰਸਾਤ ਹੋਣ ਕਾਰਨ ਕੱਚੀਆਂ ਗਲੀਆਂ ਚਿੱਕੜ ਨਾਲ ਭਰ ਗਈਆਂ। ਦੂਜਾ ਹੈਗਾ ਦੂਰ, ਤਾਂ ਦੂਰੀ ਨੂੰ ਅਸੀਂ ਫਾਸਲਾ ਵੀ ਕਹਿੰਦੇ ਆ। ਬੁੱਢੀ ਔਰਤ ਦਾ ਪਿੰਡ ਕਾਫੀ ਦੂਰ ਸੀ। ਤੀਸਰਾ ਸ਼ਬਦ ਹੈਗਾ ਦਾਤਾਂ, ਜਿਹਨੂੰ ਆਪਾਂ ਕਹਿੰਦੇ ਬਖਸ਼ਿਸ਼ਾਂ, ਪ੍ਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਦਾਤਾਂ ਆਖਦੇ ਆ। ਤਾਂ ਕਹਿੰਦੇ ਬੁੱਢੀ ਔਰਤ ਕੁਦਰਤ ਦੀਆਂ ਦਾਤਾਂ ਬਾਰੇ ਸੋਚ ਰਹੀ ਸੀ, ਮਤਲਬ ਕੁਦਰਤ ਦੀਆਂ ਬਖਸ਼ਿਸ਼ਾਂ ਬਾਰੇ ਸੋਚ ਰਹੀ ਸੀ। ਚੌਥਾ ਹੈਗਾ ਕਰੂੰਬਲਾ। ਕਰੂੰਬਲਾ ਟਾਹਣੀ ਦੇ ਉੱਤੇ ਸਭ ਤੋਂ ਜਿਹੜਾ ਅਗਲਾ ਹਿੱਸਾ ਹੁੰਦਾ ਉਸ ਨੂੰ ਕਹਿੰਦੇ ਨੇ, ਜਿਹਦੇ ਵਿੱਚ ਜਿਹੜੀਆਂ ਪੌਦੇ ਨੂੰ ਨਵੇਂ-ਨਵੇਂ ਪੱਤੇ ਆਉਂਦੇ ਨੇ। ਤੋ ਇਹਦਾ ਜਿਹੜਾ ਵਾਕ ਬਣਾਵਾਂਗੇ ਬਸੰਤ ਵਿੱਚ ਰੁੱਖਾਂ ਦੀਆਂ ਟਾਹਣੀਆਂ ਉੱਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ। ਅਗਲਾ ਸ਼ਬਦ ਹੈਗਾ ਪੰਜਵਾਂ ਸੋਹਲ, ਜਿਸ ਦਾ ਮੀਨਿੰਗ ਹੁੰਦਾ ਨਾਜ਼ੁਕ। ਤੋ ਬੱਚੇ ਦੇ ਅੰਗ ਬਹੁਤ ਸੋਹਲ ਹੁੰਦੇ ਹਨ। ਛੋਟੇ ਬੱਚਿਆਂ ਦੇ ਅੰਗ ਜਿਹੜੇ ਨੇ ਉਹ ਬਹੁਤ ਕੋਮਲ ਹੁੰਦੇ ਆ, ਸੋਹਲ ਹੁੰਦੇ ਆ। ਉਸ ਤੋਂ ਅਗਲਾ ਹੈਗਾ ਛੇਵਾਂ ਸ਼ਬਦ ਜਿਹਦਾ ਹੈ ਚਾਹ। ਚਾਹ ਦਾ ਮਤਲਬ ਹੁੰਦਾ ਇੱਛਾ, ਚਾਹਤ, ਇੱਛਾ ਨੂੰ ਆਖਦੇ ਆ। ਮੇਰੇ ਮਨ ਅੰਦਰ ਕੁਦਰਤ ਦੇ ਰੰਗਾਂ ਨੂੰ ਜਾਣਨ ਤੇ ਪਛਾਣਨ ਦੀ ਚਾਹ ਹੈ। ਸੱਤਵਾਂ ਸ਼ਬਦ ਹੈਗਾ ਨਖਰਾ, ਤੋ ਜਿਹਨੂੰ ਆਪਾਂ ਮਿਜਾਜ ਵੀ ਆਖ ਦਿੰਨੇ ਆ, ਖੇਖਣ ਵੀ ਆਖ ਦਿੰਨੇ ਆ, ਮਟਕ ਵੀ ਆਖ ਦਿੰਨੇ ਤੇ ਨਾਜ ਵੀ ਆਖ ਦਿੰਨੇ। ਕਿਸੇ ਨੂੰ ਆਪਣੇ ਆਪ ਤੇ ਬੜਾ ਨਾਜ ਹੈ, ਯਾਨੀ ਕਿ ਬੜਾ ਇਹਨੂੰ ਨਖਰਾ ਹੈਗਾ। ਤੋ ਇਹਦਾ ਜਿਹੜਾ ਸ਼ਬਦ ਬਣੇਗਾ ਵੀ ਬਸੰਤ ਨੇ ਨਖਰੇ ਨਾਲ ਬੁੱਢੀ ਔਰਤ ਨੂੰ ਕਿਹਾ ਕਿ ਉਸ ਨੂੰ ਤਾਂ ਸਾਰੀ ਦੁਨੀਆ ਸੋਹਣੀ ਕਹਿੰਦੀ ਹੈ। ਅਗਲਾ ਜਿਹੜਾ ਪ੍ਰਸ਼ਨ ਹੈ ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਦੇ ਸ਼ਬਦ ਲਿਖੋ। ਤੋ ਸੋਹਣੀ ਨੂੰ ਆਪਾਂ ਹਿੰਦੀ ਦੇ ਵਿੱਚ ਸੁੰਦਰ ਆਖਦੇ ਹਾਂ। ਇਸੇ ਤਰੀਕੇ ਨਾਲ ਦੂਜਾ ਸ਼ਬਦ ਹੈਗਾ ਰੁੱਤ। ਤੋ ਰੁੱਤ ਨੂੰ ਅਸੀਂ ਰਿਤੂ ਦੇ ਨਾਲ ਬੋਲਦੇ ਹਾਂ, ਰਿਤੂ ਲਿਖਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਤੀਸਰਾ ਸ਼ਬਦ ਹੈਗਾ ਖੂਹ, ਜਿਸ ਨੂੰ ਹਿੰਦੀ ਦੇ ਵਿੱਚ ਆਪਾਂ ਕੂਆ ਆਖਦੇ ਹਾਂ। ਤੋ ਚੌਥਾ ਸ਼ਬਦ ਹੈ ਘਾਹ, ਜਿਸ ਨੂੰ ਅਸੀਂ ਹਿੰਦੀ ਦੇ ਵਿੱਚ ਘਾਸ ਆਖਦੇ ਹਾਂ, ਵੀ ਘਾਸ। ਇਸ ਤੋਂ ਇਲਾਵਾ ਇੱਕ ਸ਼ਬਦ ਜਿਹੜਾ ਅਲੱਗ ਆਉਂਦਾ ਜਿਹਨੂੰ ਆਪਾਂ ਸਤਰੰਗੀ ਪੀਂਘ ਆਖਦੇ ਹਾਂ, ਉਹਨੂੰ ਹਿੰਦੀ ਦੇ ਵਿੱਚ ਇੰਦਰ ਧਨੁਸ਼ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਆ ਜਾਂਦੇ ਆ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਤੋ ਇਹਦੇ ਵਿੱਚ ਜਿਹੜੇ ਸ਼ਬਦ ਦਿੱਤੇ ਹੋਏ ਤੁਹਾਡੇ, ਇੱਕ ਹੈ ਖੜਖੜ, ਦੂਜਾ ਹੈ ਵਰਦੀ, ਤੀਜਾ ਹੈ ਖੂਹ, ਚੌਥਾ ਹੈਗਾ ਖੀਰ ਪੂੜੇ ਤੇ ਪੰਜਵਾਂ ਹੈਗਾ ਸੋਹਣੀ। ਤੋ ਸਭ ਤੋਂ ਪਹਿਲਾ ਸ਼ਬਦ ਜਿਹੜਾ ਹੈਗਾ ਉਹ ਆਪਾਂ ਵਰਤਾਂਗੇ। ਤੋ ਪਹਿਲਾਂ ਆਪਾਂ ਵਾਕ ਪੜ੍ਹੀਏ। ਅੱਜ ਤਾਂ ਮੇਰੀ ਸਾਰੀ ਡੈਸ਼ ਭਿੱਜ ਗਈ। ਤੋ ਇਹਨਾਂ ਵਿੱਚੋਂ ਇੱਕ ਸ਼ਬਦ ਆਪਾਂ ਚੁਣਾਂਗੇ, ਉਹ ਹੈ ਵਰਦੀ, ਵਰਦੀ ਭਿੱਜ ਗਈ। ਦੂਜਾ ਸ਼ਬਦ ਹੈਗਾ, ਦੂਜਾ ਜਿਹੜਾ ਵਾਕ ਹੈ ਮੈਨੂੰ ਤਾਂ ਡੈਸ਼ ਚੰਗੇ ਲੱਗਦੇ ਹਨ। ਤੋ ਇਹਦੇ ਵਿੱਚ ਨਾ ਤਾਂ ਖੜਖੜ ਆਊਗਾ, ਨਾ ਵਰਦੀ ਆਊਗਾ, ਨਾ ਖੂਹ ਆਏਗਾ। ਖੀਰ ਪੂੜੇ ਆਏਗਾ ਤਾਂ ਸੋਹਣੀ ਜਿਹੜਾ ਹੈ ਉਹ ਵੀ ਸ਼ਬਦ ਨਹੀਂ ਆਏਗਾ। ਤਾਂ ਇੱਥੇ ਆਵੇਗਾ ਸ਼ਬਦ ਤੁਹਾਡਾ ਖੀਰ ਪੂੜੇ। ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ। ਤੇ ਬੁੱਢੀ ਔਰਤ ਨੇ ਇੱਕ ਡੈਸ਼ ਤੋਂ ਪਾਣੀ ਪੀਤਾ, ਯਾਨੀ ਕਿ ਖੂਹ ਤੋਂ ਪਾਣੀ ਪੀਤਾ। ਤੋ ਇਸ ਤੋਂ ਬਾਅਦ ਚੌਥਾ ਸ਼ਬਦ ਹੈਗਾ ਹਰੇਕ ਰੁੱਤ ਆਪਣੇ ਆਪ ਨੂੰ ਇੱਕ ਦੂਜੀ ਤੋਂ ਵੱਧ ਡੈਸ਼ ਆਖ ਰਹੀ ਸੀ। ਤੋ ਡੈਸ਼ ਦੇ ਵਿੱਚ ਆ ਜਾਏਗਾ ਸੋਹਣੀ। ਤੋ ਇਸ ਤੋਂ ਇਲਾਵਾ ਪੰਜਵਾਂ ਜਿਹੜਾ ਪਿੱਪਲ ਦੀਆਂ ਪੱਤੀਆਂ ਵੇ ਕੇ ਹੀ ਡੈਸ਼ ਲਾਈ ਆ, ਮਤਲਬ ਖੜਖੜ ਲਾਈ ਆ। ਇਹ ਆਪਾਂ ਉਹਦੇ ਵਿੱਚ ਜਦੋਂ ਪਾਠ ਪੜਿਆ ਸੀ ਤਾਂ ਉਸ ਵੇਲੇ ਸਾਡੇ ਸਾਹਮਣੇ ਆਇਆ ਸੀ। ਤੀਸਰਾ ਹੈਗਾ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਦੇ ਵਾਕ ਬਣਾਓ। ਤਾਂ ਪਹਿਲਾ ਹੈਗਾ ਬਰਸਾਤ, ਜਿਹਨੂੰ ਆਪਾਂ ਵਰਖਾ ਕਹਿੰਦੇ ਆ। ਤੇ ਇਹਦੇ ਵਿੱਚ ਬਰਸਾਤ ਹੋਣ ਕਾਰਨ ਕੱਚੀਆਂ ਗਲੀਆਂ ਚਿੱਕੜ ਨਾਲ ਭਿੱਜ ਗਈਆਂ ਜਾਂ ਭਰ ਗਈਆਂ। ਦੂਜਾ ਸ਼ਬਦ ਹੈਗਾ ਮੌਸਮ, ਇੱਕ ਸਮੇਂ ਦੀ ਰੁੱਤ। ਅੱਜ ਮੌਸਮ ਬਹੁਤ ਵਧੀਆ ਹੈ, ਅੱਜ ਮੌਸਮ ਬਹੁਤ ਵਧੀਆ ਹੈ।
ਸਮੇਂ ਦੀ ਰੁੱਤ ਹੈ ਨਾ, ਅੱਜ ਮੌਸਮ ਬਹੁਤ ਵਧੀਆ ਹੈ, ਯਾਨੀ ਕਿ ਅੱਜ ਮੌਸਮ ਬਹੁਤ ਵਧੀਆ ਹੈ, ਅੱਜ ਦੀ ਰੁੱਤ ਬਹੁਤ ਵਧੀਆ ਹੈ। ਤੀਸਰਾ ਸ਼ਬਦ ਹੈ ਰਿਸ਼ਤੇਦਾਰ, ਜਿਹਨੂੰ ਆਪਾਂ ਸੰਬੰਧੀ ਵੀ ਆਖਦੇ ਹਾਂ। ਪੁਰਾਣੇ ਸਮੇਂ ਵਿੱਚ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪੈਦਲ ਤੁਰ ਕੇ ਹੀ ਜਾਂਦੇ ਸਨ। ਚੌਥਾ ਸ਼ਬਦ ਹੈਗਾ ਹਰਿਆਵਲ, ਜਿਹਨੂੰ ਆਪਾਂ ਬਨਸਪਤੀ ਵੀ ਕਹਿੰਦੇ ਆ, ਹਰੇ ਪੌਦੇ ਵੀ ਕਹਿੰਦੇ। ਮੀਂਹ ਪੈਣ ਨਾਲ ਆਲਾ ਦੁਆਲਾ ਹਰਿਆਵਲ ਨਾਲ ਭਰ ਗਿਆ। ਇਸ ਦੇ ਬਾਅਦ ਸਾਡੇ ਆ ਜਾਂਦੇ ਆ ਸਹੀ ਮਿਲਾਨ ਕਰੋ। ਤੋ ਇਹਦੇ ਵਿੱਚ ਹੈ ਪਹਿਲਾ ਸ਼ਬਦ ਦੁਸ਼ਮਣ, ਥੱਲੇ ਖੁਸ਼ੀ, ਤੀਜਾ ਹੈਗਾ ਮੀਂਹ, ਤੇ ਚੌਥਾ ਜਿਹੜਾ ਸ਼ਬਦ ਹੈਗਾ ਉਹ ਹੈਗਾ ਸੋਹਣਾ। ਤੋ ਸਭ ਤੋਂ ਪਹਿਲਾਂ ਦੁਸ਼ਮਣ ਨੂੰ ਆਪਾਂ ਦੂਜੇ ਸ਼ਬਦ ਵਿੱਚ ਕਹਿ ਦਿੰਦੇ ਆ ਵੈਰੀ, ਖੁਸ਼ੀ ਨੂੰ ਅਸੀਂ ਪ੍ਰਸੰਨਤਾ ਆਖ ਦਿੰਦੇ ਆ, ਮੀਂਹ ਨੂੰ ਬਰਸਾਤ ਵੀ ਕਿਹਾ ਜਾਂਦਾ, ਤੇ ਸੋਹਣਾ ਨੂੰ ਸੁੰਦਰ ਵੀ ਕਿਹਾ ਜਾਂਦਾ ਹੈ। ਠੀਕ ਹੈ ਸਟੂਡੈਂਟਸ, ਤੇ ਇਸ ਤੋਂ ਬਾਅਦ ਆ ਜਾਂਦੇ ਤੁਹਾਡੇ ਹੇਠ ਲਿਖੇ ਸ਼ਬਦਾਂ ਨੂੰ ਜਿਹੜੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਤੋ ਪੰਜਾਬੀ ਦੇ ਸ਼ਬਦ ਤੁਹਾਡੇ ਸਾਹਮਣੇ ਦਿੱਤੇ ਹੋਣਗੇ, ਉਹਨਾਂ ਨੂੰ ਤੁਸੀਂ ਇੰਗਲਿਸ਼ ਅਤੇ ਹਿੰਦੀ ਵਿੱਚ ਬਦਲ ਕੇ ਲਿਖਣਾ। ਤਾਂ ਸਭ ਤੋਂ ਪਹਿਲਾ ਸ਼ਬਦ ਹੈਗਾ ਪੱਤੇ। ਪੱਤੇ ਨੂੰ ਅਸੀਂ ਹਿੰਦੀ ਦੇ ਵਿੱਚ ਪੱਤੇ ਹੀ ਆਖਦੇ ਹਾਂ, ਔਰ ਅੰਗਰੇਜ਼ੀ ਵਿੱਚ ਇਸ ਨੂੰ ਕਿਹਾ ਜਾਂਦਾ ਲੀਵਸ। ਇਸ ਤੋਂ ਬਾਅਦ ਆ ਜਾਂਦਾ ਗਰੀਬ, ਦੂਜਾ ਸ਼ਬਦ ਗਰੀਬ, ਉਸ ਨੂੰ ਆਪਾਂ ਹਿੰਦੀ ਦੇ ਵਿੱਚ ਨਿਰਧਨ ਆਖਦੇ ਹਾਂ, ਔਰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਪੂਅਰ। ਤੀਜਾ ਸ਼ਬਦ ਹੈਗਾ ਮੂੰਗਫਲੀ। ਤੋ ਮੂੰਗਫਲੀ ਨੂੰ ਮੂੰਗਫਲੀ ਵੀ ਕਹਿ ਦਿੰਦੇ ਪੰਜਾਬੀ 'ਚ, ਤੇ ਉਸ ਤੋਂ ਬਾਅਦ ਹਿੰਦੀ ਦੇ ਵਿੱਚ ਤਾਂ ਇਹਨੂੰ ਮੂੰਗਫਲੀ ਹੀ ਕਿਹਾ ਜਾਂਦਾ, ਤੇ ਅੰਗਰੇਜ਼ੀ ਵਿੱਚ ਇਸ ਨੂੰ ਪੀਨਟ ਆਖਦੇ ਆ। ਚੌਥਾ ਸ਼ਬਦ ਹੈਗਾ ਬਸੰਤ ਰੁੱਤ, ਜਿਸ ਨੂੰ ਹਿੰਦੀ ਦੇ ਵਿੱਚ ਵੀ ਬਸੰਤ ਰਿਤੂ ਕਿਹਾ ਜਾਂਦਾ, ਰੁੱਤ ਨੂੰ ਰਿਤੂ ਕਿਹਾ ਜਾਂਦਾ। ਤੋ ਇਸ ਤੋਂ ਬਾਅਦ ਆ ਜਾਂਦਾ ਅੰਗਰੇਜ਼ੀ ਵਿੱਚ ਕਹਿੰਦੇ ਆ ਸਪਰਿੰਗ ਸੀਜ਼ਨ। ਪੰਜਵਾਂ ਸ਼ਬਦ ਹੈਗਾ ਪ੍ਰਕਿਰਤੀ, ਜਿਸ ਨੂੰ ਹਿੰਦੀ ਦੇ ਵਿੱਚ ਪ੍ਰਕਿਰਤੀ ਕਿਹਾ ਜਾਂਦਾ, ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਨੇਚਰ ਆਖਿਆ ਜਾਂਦਾ। ਅੱਗੇ ਆ ਜਾਂਦੇ ਤੁਹਾਡੇ ਕੁਝ ਸ਼ਬਦ, ਹੇਠ ਲਿਖੇ ਸ਼ਬਦਾਂ ਵਿੱਚੋਂ ਨਾਮ, ਪੜਨਾਮ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਚੁਣ ਕੇ ਲਿਖਣਾ। ਤਾਂ ਇਹਦੇ ਵਿੱਚ ਸਾਡੇ ਜਿਹੜੇ ਸ਼ਬਦ ਹੈਗੇ ਆ ਜਿਹੜੇ ਦਿੱਤੇ ਹੋਏ ਉਹ ਹੈਗੇ ਉਦਾਸ, ਪੁਨੀਤ, ਸੁਖਮਨ, ਸੋਹਣਾ, ਲਹਿਰਾਉਣਾ, ਉਹ, ਤੁਰਨਾ, ਪਿੱਪਲ, ਝੂਮਦੀਆਂ ਤੇ ਠੰਡੀ ਮਿੱਠੀ। ਤੇ ਇਹਦੇ ਵਿੱਚੋਂ ਜਿਹੜੇ ਆਪਾਂ ਦੇ ਨਾਮ ਹੈਗੇ ਨੇ ਉਹ ਹੈ ਪੁਨੀਤ, ਸੁਖਮਨ ਤੇ ਪਿੱਪਲ। ਪੜਨਾਮ ਹੈਗਾ ਉਹ, ਨਾਮ ਦੀ ਥਾਂ ਤੇ ਵਰਤਿਆ ਜਾਣ ਵਾਲਾ। ਵਿਸ਼ੇਸ਼ਣ ਜੋ ਕਿ ਵਿਸ਼ੇਸ਼ਤਾ ਦੱਸਦਾ, ਜਿਹਦੇ ਵਿੱਚ ਉਦਾਸ, ਸੋਹਣਾ, ਠੰਡੀ ਮਿੱਠੀ। ਤੇ ਕਿਰਿਆ ਜਿਹੜੀ ਹੈ ਉਹ ਹੈ ਲਹਿਰਾਉਣਾ, ਲਹਿਰਾਉਣ ਦੀ ਕਿਰਿਆ ਹੁੰਦੀ ਹੈ, ਤੁਰਨ ਦੀ ਕਿਰਿਆ ਹੁੰਦੀ ਹੈ। ਝੂਮਦੀਆਂ, ਤੁਰਨਾ ਤੇ ਲਹਿਰਾਉਣਾ ਇਹਦੇ ਜਿਹੜੇ ਸ਼ਬਦ ਨੇ। ਤਾਂ ਇਹ ਤੁਹਾਡਾ ਲੈਸਨ ਕੰਪਲੀਟ ਹੋ ਗਿਆ। ਅਗਲੇ ਲੈਸਨ 'ਚ ਮਿਲਾਂਗੇ। ਓਕੇ, ਗੁੱਡ ਬਾਏ।